वक्त बदल जाता है। ਇਹ ਤੇ ਹੈ। ਵੈਸੇ ਕਦੀ ਆਪ ਬੱਕਰਾ ਕਰਨ ਦਾ ਸ਼ੌਕ ਹੋਇਆ ਕਿ ਮੈਂ ਐਤਕੀ ਆਪ ਕਰਾਂ? नहीं बकरा आप कभी नहीं कीता, लेकिन इस तरह नहीं है कि मैं कोई खौफ वगैरह, हाँ। बस छुरी नो हाथ ला के बस इस लेकिन तरह। कुर्बानी खरीदना आप जानते हो कि वर्कर्स बेचते हैं, नहीं आप फैमिली मेंबर चला गया ਉੱਥੇ ਵੀ aesthetics देखो ਵੇਖਦੇ ਹੋ कुर्बानी च ਕਿ ਇਸ ਬੱਕਰੇ ਦੀ ਅੱਖ ਅੱਛੀ ਲੱਗ ਰਹੀ ਹੈ, नहीं जानवर जानवर खूबसूरत होना चाहिए। देखो कुर्बानी च जे लोकी ऑनलाइन कुर्बानी करते ने, ਉਹ ਕੁਰਬਾਨੀ ਦਾ ਐਲੀਮੈਂਟ ਨਹੀਂ ਹੈ ਨਾ। ਕੁਰਬਾਨੀ ਉਸ ਚੀਜ਼ ਦਾ ਹੈ ਜਿਹਦੇ ਨਾਲ ਤੁਹਾਨੂੰ ਪਿਆਰ ਹੋਏ। ਹਾਂ, ਜਦੋਂ ਤੱਕ ਉਹ ਪਿਆਰ ਦਾ ਐਲੀਮੈਂਟ ਹੀ ਨਹੀਂ ਆਉਂਦਾ ਨਾ, ਤੇ ਉਹ ਕੁਰਬਾਨੀ ਦਾ ਕਾਫੀ ਉਹ ਅਕਸਰ ਲੋਕੀ ਇੰਜ ਕਰਦੇ ਨੇ ਨਾ, ਆਨਲਾਈਨ ਪੇ ਕਰ ਦੋ ਜੀ 50,000 ਦੀ ਕੁਰਬਾਨੀ ਹੋਈ, ਲੱਖ ਰੁਪਏ। ਇਹ ਪਿਆਰ ਵਾਲੇ ਐਲੀਮੈਂਟ ਤੇ ਮੈਨੂੰ ਗੱਲ ਹੈ ਨਾ, ਲੋਕੀ ਕਰਦੇ ਕਿ ਈਦ ਦੇ ਪਹਿਲੇ ਦੂਜੇ ਦਿਨ ਜਾ ਕੇ ਕਿ ਸਸਤਾ ਬੱਕਰਾ ਮਿਲ ਜਾਏਗਾ, ਉਦੋਂ ਲਿਆ ਕੇ ਉੱਥੇ ਹੀ ਅਗਲੇ ਦਿਨ ਹੀ ਫੌਰਨ, ਉਹ ਤੇ ਫਿਰ ਪਿਆਰ ਐਫੀਲੀਏਸ਼ਨ ਤੇ ਨਹੀਂ ਬਣਦੀ ਨਾ। ਖਾਨਾਪੁਰੀ ਹੈ। ਅੱਛਾ ਇਰਫਾਨ ਸਾਹਿਬ, ਤੁਹਾਡਾ ਪੋਲੀਟੀਸ਼ੀਅਨਸ ਦੇ ਨਾਲ ਬੜਾ ਮੂੰਹ ਪਿਆਰ, ਉਹਨਾਂ ਦੇ ਇਵੈਂਟਸ ਵੀ ਕਵਰ ਕਰਦੇ, ਮੈਨੂੰ ਦੱਸੋ ਈਦ ਤੇ ਗੋਸ਼ਟ ਕਿਹੜਾ ਪੋਲੀਟੀਸ਼ੀਅਨ ਤੁਹਾਨੂੰ ਭੇਜਦਾ ਹੈ? ਨਹੀਂ ਇਸ ਤਰ੍ਹਾਂ ਨਹੀਂ ਪਿਆਰ। ਦੇਖੋ ਅਸੀਂ ਉਹਨਾਂ ਦੇ ਜਿਹੜਾ ਇਨਵਾਈਟ ਫਿਰ ਕਰੇ, ਕਿਹੜਾ ਪਿਆਰ ਹੈ? ਪਿਆਰ ਨਹੀਂ, ਕੋਈ ਪਿਆਰ ਨਹੀਂ ਹੈ ਨਾ। ਦੇਖੋ ਤੂੰ ਮੇਰੇ ਕੋਲ ਸਿੱਧੀ ਗੱਲ ਕੀਤੀ, ਵਧੀਆ ਗੱਲ ਨਹੀਂ ਕੀਤੀ। ਪਿਆਰ, ਦੇਖੋ ਪਿਆਰ ਤੇ ਇੱਜ਼ਤ ਦਾ ਇੱਕ ਰਿਸ਼ਤਾ ਤੇ ਹੈ, ਲੇਕਿਨ ਪ੍ਰੋਫੈਸ਼ਨਲ ਰਿਸ਼ਤਾ ਹੁਣ ਸਾਰਿਆਂ ਦੇ ਉੱਤੇ ਆਉਂਦਾ। ਜਦੋਂ ਅਸੀਂ ਸਾਨੂੰ ਇੰਗੇਜ ਕਰਦੇ ਨੇ, ਅਸੀਂ ਸ਼ੂਟ ਕਰ ਦਿੰਦੇ, ਲੇਕਿਨ ਉਸ ਤੋਂ ਇਲਾਵਾ ਲੋਕਾਂ ਦਾ ਖਿਆਲ ਹੈ। ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰੀ ਪੂਰੀ ਫੈਮਿਲੀ, ਬਲਕਿ ਉਹ ਵੀ ਲੋਕ ਜਿਹੜੇ ਸਿਰਫ ਮੇਰੇ ਇੰਸਟਾਗ੍ਰਾਮ ਫੋਲੋਅਰਸ ਨੇ, ਉਹ ਜੀ ਮੇਰੀ ਬੇਟੀ ਨੂੰ ਸਕੂਟੀ ਦਿਲਵਾ ਦਿਓ, ਔਰ ਮੇਰੇ ਬੇਟੀ ਨੂੰ ਯੂ نو ਡਾਈਟੀਸ਼ੀਅਨ ਦੀ ਜੌਬ ਦਿਲਵਾ। ਮੈਂ ਕਿਹਾ ਯਾਰ ਮੈਂ ਉਹਨਾਂ ਦਾ ਕਵਰੇਜ ਕਰਨਾ, ਮੈਂ ਉਹਨਾਂ ਦਾ ਫੈਮਿਲੀ ਮੈਂਬਰ ਨਹੀਂ, ਮੈਂ ਇਹਦੀ ਹੁਕੂਮਤ ਦਾ। ਤੁਸੀਂ ਕਹਿ ਵੀ ਦਵੋ ਤਾਂ ਕੋਈ ਮਾੜੀ ਗੱਲ ਨਹੀਂ। ਦੇਖੋ ਮੇਰੇ ਬਹੁਤ ਜ਼ਿਆਦਾ ਪੋਲੀਟੀਸ਼ੀਅਨ ਦੋਸਤ ਮਿਨਿਸਟਰ ਹੈਗੇ ਨੇ, ਔਰ ਮੈਂ ਅਗਰ ਕਿਸੇ ਦਾ ਕੋਈ ਨੇਕੀ ਦਾ ਕੰਮ ਕਰਨਾ ਹੋਵੇ ਕਿ ਸਰਬਤ ਦਾ ਭਲਾ ਇਨਸਾਨੀਅਤ, ਤੇ ਜੇ ਕਿਸੇ ਨੂੰ ਕਹਿ ਵੀ ਦੇਣਾ ਤਾਂ ਤੁਹਾਡੇ ਕਹਿਣਾ ਜੇ ਕਿਸੇ ਦਾ ਸੌਰ ਜਾਂਦਾ ਕੋਈ ਮਾੜੀ ਗੱਲ ਨਹੀਂ। ਲੇਕਿਨ ਮੇਰੀ ਗੱਲ ਸੁਣੋ ਨਾ, ਉਹ ਇੰਨੇ ਜ਼ਿਆਦਾ ਪ੍ਰੈਸ਼ਰ, ਮੈਂ ਉਹਨਾਂ ਨੂੰ ਕਹਿੰਦਾ ਮੈਂ ਹੁਕੂਮਤ ਦਾ ਹਿੱਸਾ ਨਹੀਂ ਹੈਗਾ, ਮੈਂ ਉਹਨਾਂ ਦਾ ਇੱਕ सर्विस प्रोवाइडर हैगा, तो वो मुश्किल हो जाता है। और फिर मेरे जैसे हजारों लोग हैं ਜਿਹੜੇ ਉਹਨਾਂ ਨੂੰ ਹਰ ਵੇਲੇ ਕੋਈ ਨਾ ਕੋਈ ਕੰਮ ਕਹਿ ਰਹੇ ਹੁੰਦੇ ਨੇ। ਬਿਲਕੁਲ ਜ਼ਾਹਰ ਹੈ, ਅਕਸਰ ਲੋਕਾਂ ਦੀ ਸ਼ਿਕਾਇਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਪਰ ਉਹ ਉਸ ਲੈਵਲ ਤੇ ਆ ਕੇ ਉਹਨਾਂ ਨੂੰ ਨਹੀਂ ਪਤਾ ਕਿ ਵਾਟਸ ਗੋਇੰਗ ਔਨ। ਬਿਲਕੁਲ ਨਹੀਂ, ਤੇ ਫੇਵਰ ਜਦੋਂ ਕਿਸੇ ਕੋਲ ਲੈਂਦੀ ਹੋ ਤਾਂ ਫਿਰ ਫੇਵਰ ਦੇਣਾ ਵੀ ਪੈਂਦਾ ਹੈ। ਸਾਡਾ ਜੋ ਨਾ ਆਣਾ ਜਾਣਾ ਬਹੁਤ ਜਾਤੀ ਉਮਰਾਂ ਦੇ ਵਿੱਚ, ਤੁਹਾਡੀ ਬੜੀ ਨਜ਼ਰਾਂ ਵੀ ਨੇ ਉੱਥੇ, ਤੇ ਉੱਥੇ ਕੀ ਕੁਰਬਾਨੀ ਆਈ ਹੈ? ਨਹੀਂ ਮੈਨੂੰ ਇੰਨੀ ਖਬਰ ਨਹੀਂ। ਮੇਰੇ ਨਾਲ ਉਹਨਾਂ ਨਾਲ ਤਾਲੁਕ 1990 ਦੇ ਜ਼ਮਾਨੇ ਦਾ ਹੈ। ਅੱਛਾ, ਲਾਈਕ ਹਮਜ਼ਾ ਸ਼ਬਾਜ਼ ਮੇਰਾ ਕਲਾਸ ਫੈਲੋ ਸੀ HSN ਚ। अच्छा राबा जी, सब तो अच्छा केड़ी डिश पकांदे हो आप? मैं सारा खाना बहुत अच्छा पकाती हूँ। सब तो चंगा आई थिंक एक हमारी कश्मीर की डिश होती है, उसके अंदर गुश्ताबे, नहीं नॉट गुश्ताबा, उसमें वो इतनी फेमस नहीं है। गोश्त को उसी के उसमें पकाते हैं, फैट में, और उसके अंदर सिर्फ सॉल्ट डालते हैं, तो वो एक बड़ी हेल्दी नमकीन गोश्त, नमक गोश्त भी कहते हैं उसको। एग्जैक्टली हाँ, उसको लड़ल्ले कहते हैं, पठानी। तो हाँ, सो वो, बट आई एम अ गुड कुक, और मैं कोशिश करती हूँ कि मैं अपने घर में खाना खुद बनाऊँ। पहले बहुत ज़्यादा बनाती थी। ਇਹ ਤੇ ਬੜਾ ਮਿਹਨਤ ਵਾਲਾ ਫੂਡ, ਇੱਕ ਹੁੰਦਾ ਕੰਫਰਟ ਫੂਡ ਜਿਹੜਾ ਤੁਸੀਂ ਕਹਿ ਲਓ ਕਦੇ ਵੀ ਉੱਠੇ ਬਣਾਇਆ ਤੇ ਖਾ ਲਿਆ, ਈਜ਼ੀ। सिंस आई स्टार्टेड राइटिंग कुरान, जब मैंने उससे पहले मेरे पास वक्त होता था, जब मैंने पहला कुरान लिखा तो मैंने कुकिंग छोड़ दी थी, क्योंकि उस पर मैं ना ताने भी मारती थी अपनी अम्मा को। कहती थी, मैं कहती थी अम्मा इन हाथों ने कुरान लिखना है, ये क्या चूल्हे पे उनको साड़ेंगी। तो वो थोड़ा सा घर वालों ने भी काफ़ी वो किया, और मैंने आई कम्प्लीटेड अल्हम्दुलिल्लाह फर्स्ट कुरान। फिर मैंने सेकंड कुरान शुरू कर दिया, वो मैंने लेदर पे कहा कि ज़बान ना बनाऊं। यू नो व्हाट, राइटिंग कुरान इज एन एडिक्शन, आई एम टेलिंग यू। और मैं इसीलिए उन्होंने मैंने किया कि इत्थे आना है, मैं क्या मैं इत्थे उस सूरत आवांगी। मैं तो प्रोड्यूसर ने दस्या कि मैं इत्थे आके कुरान दा कुछ जरूर ਮੈਂ ਕਹਿਣ ਵਾਲੀ ਸੀ ਕਿ ਇਹ ਵਾਲਾ ਸੀਨੀਆਂ ਗੱਲਾਂ ਕੀਤੀਆਂ, ਤੇ ਅਸੀਂ ਚਾਹਾਂਗੇ ਰਾਬੀ ਪੀਰ ਸਾਹਿਬ ਤੁਹਾਨੂੰ ਕੋਈ ਕੈਲੀਗ੍ਰਾਫੀ ਕਰਕੇ ਦਿਖਾਣ। और ਉਹਦੀ ਪਤਾ ਉਹਦਾ ਮਕਸਦ ਵੀ ਕੀ ਹੋਏਗਾ ਕਿ ਮੈਂ ਇਹ ਵੇਖਿਆ ਆਪਣੀ ਜ਼ਿੰਦਗੀ 'ਚ, ਮੈਂ ਲਿਖਾਂ ਕੋਈ ਹੋਰ ਵੀ ਲਿਖੇ ਜਿਹੜਾ ਅੱਲਾ ਦੇ ਨਾਲ ਲॉ ਲਾਂਦਾ ना। मैंने भी इरफान साहब को भी एक चीज़ दी है, वो भी इसको देखेंगे कि जब वो अपने ऑफिस में लगाएंगे, मैंने बड़ी दफ़ा देखा है, तो उसकी बरकत बहुत डिफरेंट होती है। क्योंकि आप जब अल्लाह की तरफ बहुत दिल से रुजू करते हो ना, तो अल्लाह रिस्पॉन्ड्स यू। और मैं ग्रामेरियन एक स्पॉइल किड जो कि उर्दू खुद भी लिखती थी, अम्मी से एक दफ़ा थप्पड़ पड़ा था ज़िंदगी में कि उर्दू मैंने लिखी हुई थी, अम्मी ने कहा था पढ़ो क्या लिखा, और मुझे नहीं पढ़ना आया था। मेरी माई उर्दू रियली इज़ वेरी बैड। बट जब मैंने कुरान लिखना शुरू किया, फर्स्ट जब मैंने कुरान लिखा, मैंने जब पहला सिपारा शुरू किया तो मैं ना बोर हो गई, मैंने कहा यार मुझे समझ नहीं आ रही मैं लिख क्या रही हूँ। देन आई जस्ट स्टॉप देन एंड देयर। फिर मैंने कुरान की ग्रामर का कोर्स किया मौलवी एहसन से। फिर मैंने पूरी कुरान की ग्रामर की
And now whenever I write Quran, every word मुझे ये पता होता है कि अल्लाह हमें क्या कह रहा है. हाँ. दैट्स द मोस्ट ब्यूटीफुल Exactly. पार्ट. And this is what अभी मैं आपके इस पे लिखूंगी. आप सबकी जिंदगी में बहुत blessings हों. और आमीन. इंशाल्लाह मैं आपको बताऊं कि कोई भी मजहब हो, अल्लाह तो एक है ना सबका. बेशक. तो मैं सिर्फ ये कहूंगी कि स्पिरिचुअली ना फाइंड अल्लाह. वो एक सजदा जिसे तू गराज समझता है 1000 सजदों से देता है आदमी को निजात. when you say यार अल्लाह के ऊपर ही मैंने सारा कुछ रखना है, then nothing else matters. ਹਮੇਸ਼ਾ ਮੇਰੇ ਤੁਹਾਨੂੰ ਆਪਣੇ ਵੀਰ ਜੱਸੀ ਦੀ ਦੁਆ ਵੇ ਕਿ ਤੁਸੀਂ ਆਪਣੇ ਹਿਫਜ਼ੋ ਮਾਨ ਚ ਰਹੋ ਔਰ ਇਸੇ ਤਰ੍ਹਾਂ ਹੀ ਨੇਕੀ ਦੇ ਕੰਮ ਕਰਦੇ ਰਹੋ. आमीन. अच्छा मैं before I start, मैं इन्होंने एक चीज़ की, मैंने पंजाबी में एक चीज़ लिखी थी क्योंकि when I was a singer I used to write my songs. तो वो मैं आपको सुनाऊंगी. अभी जहन में ऐसी आ गई, थोड़ी सी आई, पूरी मुझे गज़ल नज़म नहीं आई अपनी. ना दुनिया छटके दीन लबे, ना दीन न छटके दुनिया. अल्लाह पूछे बंदे नू तू केड़ी शै नू चुनिया. वाह. कोई माड़ा है कोई तगड़ा है, हर बंदा इत्थे वखरा है. कोई मिलदा है कोई नहीं मिलदा, हर बंदे दा एक नखरा है. हिसाब किताब ते देना पैण की आखिया की सुनिया. वाह. ना दुनिया छड्डे दीन लबे, ना दीन नु छड़ के दुनिया. यहाँ पे खुद लिखा जी मैंने खुद लिखा. ਔਰ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਭਾਵੇਂ ਫੇਰ ਤਸਬੀਹ ਤੇ ਭਾਵੇਂ ਪਾ ਗਿੱਧਾ. हाँ. ਭਾਵੇਂ ਫੇਰ ਤਸਬੀਹ ਤੇ ਭਾਵੇਂ ਪਾ ਗਿੱਧਾ, ਪਰ ਰਹਿ ਸਿੱਧਾ. हाय क्या बात. चलो मैं चाहूंगी रावी पीरज़ादा अपनी जी, जो please. कैलीग्राफी है आप बातें करते रहें ताकि आप डिस्टर्ब ना हो. थोड़ा सा टाइम लगेगा मुझे. ਮੈਨੂੰ ਕੁਝ ਸਿੱਖਣ ਨੂੰ ਮਿਲੇਗਾ. ਅੱਛਾ ਇਰਫਾਨ ਸਾਹਿਬ, ਤੁਸੀਂ ਕਈ ਫੰਕਸ਼ਨਸ ਅਟੈਂਡ ਕੀਤੇ. ਇਹ ਦੱਸੋ ਕਿ ਸਭ ਤੋਂ ਕਹਿੰਦੇ ਨੇ ਨਾ ਕਿ ਮੁਸ਼ਕਿਲ ਫੰਕਸ਼ਨ ਕਿਹੜਾ ਸੀ ਜਿਹਨੂੰ ਜਿੱਥੇ ਬਹੁਤ ਜ਼ਿਆਦਾ ਲੋਕ ਸਨ ਕਿ ਹੈਂਡਲ ਕਰਨਾ ਹੀ ਔਖਾ ਹੋ ਰਿਹਾ ਸੀ. ਉਹ ਮੈਂ ਕਹਾਂਗਾ ਕਿ ਆਪਣਾ ਵਿਆਹ ਆਪਣੇ ਵਿਆਹ ਤੇ ਆਪ ਹੀ ਨਹੀਂ, ਫੋਟੋ ਆਪਣੇ ਵਿਆਹ ਤੇ ਤਾਂ ਮੈਂ ਫੋਟੋਗ੍ਰਾਫੀ ਕਰਦਾ ਨਹੀਂ. ਮੈਂ ਉਦੋਂ ਅਮਰੀਕਾ ਪੜ੍ਹ ਰਿਹਾ ਸਾਂ ਤੇ ਫੋਟੋਗ੍ਰਾਫੀ ਦਾ ਉਦੋਂ ਮੈਨੂੰ ਕੁਝ ਪਤਾ ਵੀ ਨਹੀਂ ਸੀ. ਅੱਛਾ ਫਿਰ ਲੇਕਿਨ ਜਿੰਨੇ ਵੀ ਪੋਲੀਟੀਕਲ ਫੰਕਸ਼ਨ ਹੁੰਦੇ ਨੇ ਨਾ, ਉਹ ਫੋਟੋਗ੍ਰਾਫ ਕਰਨੇ ਬੜੇ ਮੁਸ਼ਕਿਲ ਹੁੰਦੇ. ਜਾਂ ਮਿਲਟਰੀ ਦੇ, ਉਹਦੀ ਵਜ੍ਹਾ ਹੈ ਵੇ ਕਿ ਸਿਕਿਉਰਿਟੀ ਪ੍ਰੋਟੋਕਾਲ ਹੁੰਦਾ ਹੈ. ਬਿਲਕੁਲ yes. ਹਰ ਜਿਹੜਾ ਡਿਗਨਿਟਰੀਜ਼ ਹਰ ਬੰਦੇ ਦੀ ਆਪਣੀ ਸਿਕਿਉਰਿਟੀ ਟੀਮ ਅਲੱਗਾ ਹੁੰਦੀ ਹੈ. ਫਿਰ ਹਰ ਬੰਦਾ ਉਹਨਾਂ ਨਾਲ ਤਸਵੀਰ ਵੀ ਲਵਾਉਣਾ ਚਾਹ ਰਿਹਾ ਹੁੰਦਾ ਤੇ ਜਿਹੜਾ ਅਸਲ ਬ੍ਰਾਈਡ ਗਰੂਮ ਹੈ ਨਾ, ਉਹ ਉਹਨਾਂ ਤੋਂ ਫੋਕਸ ਹਟ ਜਾਂਦਾ ਹੈ ਤੇ ਉਹ ਫਿਰ ਇੱਕ ਜਲਸਾ ਜਿਹਾ ਬਣ ਜਾਂਦਾ ਹੈ. ਤੇ ਹਮਾਰੀ ਯਾਨੀ ਸਾਡੀ ਹੁੰਦੀ ਹੈ ਕੋਸ਼ਿਸ਼ ਕਿ ਇਵੈਂਟ ਛੋਟਾ ਹੋਏ, ਇੰਟੀਮੇਟ ਹੋਏ, ਸਮਾਲ ਹੋਏ, ਲੋਕਾਂ ਦੀ ਖੁਸ਼ੀਆਂ, ਜੋਏ ਮੋਮੈਂਟਸ ਉਹ ਕੈਪਚਰ ਕਰ ਸਕੇ ਇੰਸਟੈਡ ਆਫ ਕਿ ਜਿਹੜੇ ਪੀਆਰ ਵਾਸਤੇ ਲੋਕ ਆ ਜਾਂਦੇ ਨੇ, ਯਾਰ ਮੇਰੀ ਜਨਰਲ ਸਾਹਿਬ, ਮੇਰੀ ਪੀਐਮ ਸਾਹਿਬ, ਉਹ ਫਿਰ ਮਜ਼ਾ ਨਹੀਂ ਆਉਂਦਾ. ਮਜ਼ਾ ਵੀ ਨਹੀਂ ਆਉਂਦਾ. ਅੱਛਾ ਵੈਸੇ ਤੁਸੀਂ ਐਡੇ ਐਕਸਪੀਰੀਅੰਸ ਜੋ, ਮੈਨੂੰ ਇਹ ਦੱਸੋ ਕਿ ਮੈਨੂੰ ਵੇਖ ਕੇ ਕੀ ਲੱਗਦਾ ਕਿ ਮੈਂ ਕੈਮਰੇ 'ਚ ਸਹੀ ਲੱਗਾਂਗੀ ਮਤਲਬ? हाँ जी जी. मेरा है अपनी पाई जाती है. नहीं, you look nice, तो definitely. अच्छा सर, अरे सही प्रोफाइल दसो केड़ी है, राइट या लेफ्ट? आइए. नहीं, बहुत सारी ब्राइड्स कहती थी मेरी ऐस साइड है, मेरी ऐस साइड है. Then we try to tell them. अच्छा, बहुत गलती ਜਿਹੜੀ ਅਕਸਰ ਬ੍ਰਾਈਡਾਂ ਕਰਦੀਆਂ ਨੇ ਕਿ ਜੇ ਟਿੱਕਾ ਇਸ ਸਾਈਡ ਤੇ ਲਵਾ ਲੈਣ, ਲੇਕਿਨ ਕਹਿੰਦੀ ਸਾਈਡ ਮੇਰੀ ਹੈ ਗੁੱਡ ਹੈ. ਹੁੰਦਾ ਹੈ ਕਿ ਫਿਰ ਉਧਰੋਂ ਫੋਟੋ ਲਾਓ ਤਾਂ ਸਾਰੀ ਜੂਲਰੀ ਨਹੀਂ ਨਜ਼ਰ ਆਉਂਦੀ. ਤੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਜਿਹੜੀ ਸਾਈਡ ਤੁਹਾਡੀ ਗੁੱਡ ਹੈ ਉਸੇ ਸਾਈਡ ਤੇ ਫਿਰ ਝੂਮਰ ਵੀ ਲਾਓ ਤਾਂ ਕਿ ਪੂਰਾ ਵਿਊ ਆਏ. ਉਹ ਫਿਰ ਬਲੌਕ ਹੋ ਜਾਂਦਾ ਹੈ. अच्छा वैसे ऐसी साइड केड़ी, तो क्योंकि मैं उस तो बाद अपनी पूछना चाह रही हूं. I would say This one, yes, because मैं अच्छा, भी मेरी यही दसो. लेनी हमेशा. आपकी आई थिंक मुझे वो लगी. नहीं मेरी यही वाली है, ਮੈਨੂੰ ਬੜਾ ਖੱਬੀ ਸਾਈਡ ਜ਼ਿਆਦਾ ਪਸੰਦ ਹੈ. ਅੱਛਾ ਕਰ ਕਈ ਵਾਰੀ ਅਸੀਂ ਦੋਨੋਂ ਸਾਈਡਾਂ ਤੋਂ ਪਿਕਚਰ ਲੈ ਕੇ ਵਿਖਾਉਂਦੇ ਹਾਂ. ਕਈ ਬ੍ਰਾਈਡ ਕਹਿੰਦੀ ਨਹੀਂ ਮੈਂ ਹੱਸਦੀ ਨਹੀਂ ਅੱਛੀ ਲੱਗਦੀ, ਮੈਨੂੰ ਦੰਦ ਨਹੀਂ ਨਜ਼ਰ ਆਉਣ. ਤਾਂ ਅਸੀਂ ਉਹਨਾਂ ਨੂੰ ਵਿਖਾਉਂਦੇ ਆ, ਦੇਖੋ ਅਸਲੀ ਸਮਾਈਲ, ਅਸਲੀ ਇਮੋਸ਼ਨ ਇਸ ਤਰ੍ਹਾਂ ਨਜ਼ਰ ਆ ਰਹੇ, ਉਹ ਫਿਰ ਗੱਲ ਬਣ ਜਾਂਦੀ ਹੈ. ਅੱਛਾ ਇਹ ਦੱਸੋ ਕਿ ਜਿਵੇਂ ਸਾਡੇ ਵਰਗੇ ਲੋਕ ਨੇ, ਅਸੀਂ ਜਿਵੇਂ ਬਲਕੀਆਂ, ਅਸੀਂ ਬਹੁਤ ਸਕਿਨੀ ਨਹੀਂ ਹੈਗੇ, ਸਾਡੇ ਵਰਗੀਆਂ ਕੁੜੀਆਂ ਵੀ ਮਾਡਲਿੰਗ ਕਰ ਸਕਦੀਆਂ ਨੇ ਕਿ ਇਹ ਨਹੀਂ ਕਰ ਸਕਦੀਆਂ? ਦੇਖੋ ਹੁਣ ਟਾਈਮ ਹੀ ਇਨਕਲੂਸਿਵਿਟੀ, ਡਾਇਵਰਸਿਟੀ ਦਾ, ਉਹ ਟਾਈਮ ਲੰਘ ਗਿਆ ਹੈ ਕਿ ਜਦੋਂ ਉਹ ਬਿਲਕੁਲ ਸਟਿਕ ਥਿਨ ਮਾਡਲ ਦਾ ਟਾਈਮ ਸੀ, ਉਹ ਟਾਈਮ ਲੰਘ ਗਿਆ. ਨਹੀਂ ਤੁਸੀਂ ਵੀ ਕਰ ਸਕਦੇ ਹੋ ਬਿਲਕੁਲ. ਨਹੀਂ ਸਬਰ. ਅੱਛਾ ਮੈਨੂੰ ਭਾਜੀ ਇੱਕ ਕੁਐਸਚਨ ਹੈ. ਹਾਂਜੀ. ਮੇਰੇ ਬਹੁਤ ਵਧੀਆ ਜਿਹੜੇ ਵੱਡੇ ਭਾਜੀ ਫਰੈਂਡ ਹੈਗੇ ਨੇ, ਖਾਵਰ ਸਾਹਿਬ ਮੇਰੇ ਫਰੈਂਡ ਹੈ, ਖਾਵਰ ਰਿਆਜ਼, ਅਬਦੁਲ ਕਯੂਮ ਸਾਹਿਬ, ਪਾਸ਼ਾ ਹੋ ਗਿਆ, ਅਮਰ ਚਿਸ਼ਤੀ, ਇਹ ਸਾਰੇ ਮੇਰੇ ਮਿੱਤਰ ਹੈਗੇ ਨੇ, ਵੱਡੇ ਭਾਜੀ ਹੈਗੇ ਨੇ. ਅਬਦੁਲ ਕਯੂਮ ਸਾਹਿਬ ਮੈਂ ਬਹੁਤ ਟਾਈਮ ਉਹਨਾਂ ਕੋਲ ਗੁਜ਼ਾਰਿਆ. ਤੁਸੀਂ ਕਿੰਨਾ ਕੋ ਕੰਮ ਸਿੱਖਿਆ ਔਰ ਤੁਹਾਡਾ ਫੇਵਰਿਟ ਜਿਹੜਾ ਆਪਣਾ ਫੋਟੋਗ੍ਰਾਫਰ ਹੈਗਾ ਫੈਸ਼ਨ ਜਾਂ ਵੈਡਿੰਗ ਦੇ ਵਿੱਚ ਕਿਹੜੇ ਹੈਗੇ? ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਅਮਰੀਕਾ 'ਚ ਪੜ੍ਹ ਰਿਹਾ ਸਾਂ, ਤਾਂ ਮੈਂ ਸਾਰਾ YouTube ਤੇ ਕਿਤਾਬਾਂ ਤੋਂ ਪੜ੍ਹ ਕੇ ਸਿੱਖਿਆ. ਮੈਂ ਕਿਸੇ ਕੋਲ ਕੋਈ ਟ੍ਰੇਨਿੰਗ ਜਾਂ ਐਜੂਕੇਸ਼ਨ ਨਹੀਂ, ਨਹੀਂ ਉਹਦਾ ਚੰਗਾ ਕਿਹੜਾ ਲੱਗਦਾ ਹੈਗਾ ਵਾ ਮੈਨੂੰ? ਖਾਵਰ ਸਾਹਿਬ, ਹੀ ਇਜ਼ ਅ ਟ੍ਰੈਂਡ ਸੈਟਰ ਫੈਸ਼ਨ 'ਚ, ਸਪੈਸ਼ਲੀ ਮੈਨਸ ਫੈਸ਼ਨ ਦੇ ਵਿੱਚ.
ਅਤਰ ਸ਼ਹਜ਼ਾਦ ਬਹੁਤ ਵੱਡਾ ਨਾਮ, ਕੁੜੀਆਂ ਵਾਲੇ ਫੋਟੋਆਂ ਖਿੱਚਣ ਚ ਉਹ ਅਤਰ ਸ਼ਹਜ਼ਾਦ ਸਾਹਿਬ, ਉਹਨਾਂ ਦਾ ਹਮ। ਫੈਸ਼ਨ 'ਚ ਬਹੁਤ ਵੱਡਾ ਨਾਮ ਹੈ। ਫਿਰ ਕਾਸ਼ਿਫ ਰਸ਼ੀਦ ਹੈ, ਉਹਦੇ ਇਲਾਵਾ ਲੈਂਡਸਕੇਪ 'ਚ ਆਤਿਫ ਸਈਦ ਹੈ, ਬਹੁਤ ਵੱਡੇ ਵੱਡੇ ਨਾਮ ਨੇ ਬੜੇ ਆਪਣੀ ਕਿਉਂ ਨਹੀਂ ਤਾਰੀਫ ਕੀਤੀ ਤੁਸੀਂ? ਨਹੀਂ ਮੈਂ ਤਾਂ ਦੇਖੋ, ਮੈਂ ਹੁਣੇ ਲੋਕੀ ਪੁੱਛਦੇ ਨੇ ਕਿ ਆਪਕੋ ਅਵਾਰਡ ਕਿਉਂ ਮਿਲੇ, ਮੈਂ ਕਿਹਾ ਮੈਨੂੰ ਇਸ ਵਾਸਤੇ ਨਹੀਂ ਮਿਲਿਆ ਕਿ ਮੈਂ ਸਭ ਤੋਂ ਚੰਗਾ ਵਾਂ ਜਾਂ ਸਭ ਤੋਂ ਵਧੀਆ ਵਾਂ ਜਾਂ ਸਭ ਤੋਂ ਸੀਨੀਅਰ ਹੈ। ਮੈਨੂੰ ਇਸ ਵਜ੍ਹਾ ਤੋਂ ਮਿਲਿਆ ਹੈ ਕਿ ਮੈਂ ਅਮਰੀਕਾ ਤੋਂ ਆ ਕੇ ਇੰਜੀਨੀਅਰਿੰਗ ਕਰਕੇ ਇਹ ਫੀਲਡ ਚੂਜ਼ ਕੀਤੀ ਆਪਣੀ ਮਰਜ਼ੀ ਨਾਲ। ਤੇ ਇਸ ਦੇਖੋ ਪਹਿਲੇ ਸਾਰੀ ਫੋਟੋਗ੍ਰਾਫੀ ਸਟੂਡੀਓ ਸੈਟਾਂ ਦੇ ਅੱਗੇ ਹੁੰਦੀ ਸੀ। ਮੈਂ ਜਦੋਂ ਆਇਆ ਮੈਂ ਆਊਟਡੋਰ ਸ਼ੂਟ ਸਟਾਰਟ ਕੀਤੀ, ਜਿੰਨੀ ਵੀ ਲਾਹੌਰ ਫੋਰਟ 'ਚ, ਸ਼ਾਲਾਮਾਰ ਬਾਗ, ਪੁਰਾਣਾ ਲਾਹੌਰ ਨੂੰ ਕੈਪਚਰ ਕੀਤਾ ਹਾਂ, ਤੁਸੀਂ ਜਿੱਦਾਂ। ਉਹ ਫਿਰ ਜਿਹੜਾ ਆਊਟਡੋਰ ਸ਼ੂਟ ਦਾ ਟ੍ਰੈਂਡ ਹੈ ਉਹ ਮੈਂ ਲੈ ਕੇ ਆਇਆ। ਅੱਛਾ, ਤੇ ਹੁਣ ਜਿੱਥੇ ਬਿਲਕੁਲ। ਮਰਜ਼ੀ ਤੁਸੀਂ ਜਾਓ 10-15 ਬੱਚੇ ਬੱਚੀਆਂ ਫੋਟੋ ਸ਼ੂਟ ਕਰ ਰਹੇ ਹੁੰਦੇ ਨੇ, ਤੇ ਫੋਟੋ ਉਸ ਸ਼ੂਟ ਚੀਜ਼ ਦਾ ਕ੍ਰੈਡਿਟ ਮੈਨੂੰ ਜਾਂਦਾ ਹੈ। हाँ, फोटो शूट तो मैंू लग रहा है कि राबी जी ने भी अपना कंप्लीट कर लिया। कह रहे माशाल्लाह, माशाल्लाह, can we please माशाल्लाह। get a वाह, Close this up is of it. beautiful, माशाल्लाह, बहुत खूबसूरत effortlessly। और बहुत जल्दी, हालांकि ये तो टाइम लगता है। हाँ, मेरे ख्याल ना हार्डली मैं 2 मिनट ਦੇ ਵਿੱਚ ਇਹ ਕੰਪਲੀਟ ਹੋ ਗਿਆ। Yes, ਕਿੰਨਾ hardly। खूबसूरत लग रहा है। मैं आपको माशाल्लाह, इसमें ये दिखाती हूँ कि मैंने लिखा किस पे है। ये रावलपीज़ादा आर्ट स्कूल की अमली प्रैक्टिस खताती किताब है। अच्छा अच्छा। Okay। इसके सारे नोट्स और ये पीछे हमारी फाउंडेशन का अरे लिखा वाह, है। खूबसूरत। सो इफ़ एनीबडी वांट्स टू लर्न कैलीग्राफी तो वो ये बुक ऑर्डर कर सकते हैं और मेरे ट्यूटोरियल्स यूट्यूब के ऊपर हैं, वो खुद भी और सीख बहुत सकते हैं। आसान हो जाएगा लोगों वास्ते बहुत भी मैं ना खूबसूरत, करना। बिल्कुल बिल्कुल। ਅੱਛਾ ਤੁਸੀਂ ਇਹ ਫਟੀਆਂ ਤੋਂ ਸਿੱਖਿਆ ਹੈਗਾ ਜਿੱਦਾਂ ਤਖਤੀ ਨਹੀਂ। ਜਾਂ ਬਾਅਦ ਚ ਸਪੈਸ਼ਲ ਹੁੰਦਾ ਨਾ ਜਿੱਦਾਂ ਕੈਲੀਗ੍ਰਾਫੀ ਕਰਨ ਵਾਲੇ ਜਾਂ ਜਿੱਦਾਂ ਨਕਸ਼ਾ ਲਿਖੀ ਕਰਨ ਵਾਲੇ ਕੋਰਸ ਕਰਦੇ ਹੈਗੇ ਨੇ ਉਹ कदे नहीं किया एक्चुअली। आपको पता ही होगा कि बल्कि इरफान साहब को भी पता होगा, दुनिया में ना जो पेंटर होते हैं ना वो कभी कैलीग्राफर नहीं हो सकते, बिकॉज Yes, इसका पेन never। अलग से चलता है, इसका कलम अलग से चलता है। ਉਹੀ ਮੈਂ, ਕਿਉਂਕਿ ਮੈਂ ਖੁਦ ਵੀ ਬਜ਼ਾਤੇ ਖੁਦ ਪੇਂਟਰ ਆ, ਤੇ ਮੈਂ ਹੀ ਦੱਸਣ ਲੱਗੀ ਸਾਂ ਕਿ ਜਦੋਂ ਮੈਂ ਪੇਂਟਿੰਗ ਵਾਲੇ ਪਾਸੇ ਗਈ ਨਾ ਤੇ ਮੈਂ ਕੈਲੀਗ੍ਰਾਫੀ ਤੋਂ ਭੱਜ नहीं ਜਾਂਦੀ कर ਸਾਂ, सकते हैं, ਕਿਉਂਕਿ मुश्किल ਮੈਂ है। ਲਾਈਵ ਉਹ ਕਰਦੀ ਸੀ, ਫਿਗਰੇਟਿਵ ਪੋਰਟਰੇਟਸ ਕਰਦੀ ਸੀ, ਪੋਰਟਰੇਟਸ ਤੇ ਫਿਗਰ ਡਰਾਇੰਗਸ। ਬਟ ਫਿਰ ਮੈਂ ਜਦੋਂ ਕੈਲੀਗ੍ਰਾਫੀ ਦੀ ਕਲਾਸ ਹੁੰਦੀ ਸੀ ਨਾ ਤੇ ਮੈਂ ਚੁੱਪ ਕਰਕੇ ਸਾਈਡ ਤੋਂ ਨਿਕਲਦੀ, ਮੇਰੇ ਕੋਲ ਨਹੀਂ ਸੀ ਹੁੰਦੀ। लेकिन जो मैं ना पोर्टफोलियो देखिया ना, इक्वली आउटस्टैंडिंग थैंक यू जो सो मच। पोर्ट्रेट्स, लाइटिंग का जो इस्तेमाल है, यस, जो लिटिल Painting, डिटेल्स आंखों बिल्कुल। की, और फिर दोनों चीजों में माशाल्लाह पेंटिंग, चीज़ें हैं। ਸਾਰੇ फोटोग्राफी, ਗੁਣ सारे ਇਹਨਾਂ ਦੇ ਵਿੱਚ कलर ਪਾਏ ਜਾਂਦੇ ਨੇ, ਅੱਲਾਹ ਤਾਲਾ ਦੀ ਬਲੇਸਿੰਗਸ ਦੇ ਅੱਛਾ ਰਾਬੀ ਪਲੀਜ਼ ਮੈਨੂੰ ਦੱਸੋ, ਤੁਸੀਂ ਇੰਨੀ ਜ਼ਿਆਦਾ ਪੇਂਟਿੰਗਸ ਵੀ ਕੀਤੀਆਂ, ਕੈਲੀਗ੍ਰਾਫੀ ਵੀ ਕਰਦੇ ਹੋ, ਐਸਾ ਕਿਹੜੀ ਪੇਂਟਿੰਗ ਤੁਹਾਡੀ ਕਿ ਤੁਸੀਂ ਅੱਜ ਵੀ ਵੇਖੋ ਨਾ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਇਹ ਮੈਂ ਹੀ ਬਣਾਇਆ ਹੈ? ਜੀ ਤੁਹਾਡੀ ਸਭ ਤੋਂ ਫੇਵਰੇਟ? ਫੇਵਰੇਟ ਹੈ ਐਕਚੁਅਲੀ ਤੁਸੀਂ ਜਦੋਂ ਮੇਰੀ ਪੇਂਟਿੰਗਸ ਆ ਕੇ ਦੇਖੋਗੇ ਨਾ, ਹਰ ਪੇਂਟਿੰਗ ਜਦੋਂ ਵੀ ਮੈਂ ਬਣਾਉਂਦੀ ਸਾਂ ਮੈਂ ਉਹ ਬੰਦਾ ਬਣ ਜਾਂਦੀ ਸਾਂ। ਲੇਕਿਨ ਇੱਕ ਜਿਹੜੀ ਇਹਨਾਂ ਨੇ ਖਾਨ ਸਾਹਿਬ ਨੇ ਵੀ ਮੈਨੂੰ ਪੁੱਛਿਆ, ਉਹ ਮੈਂ ਤੁਹਾਨੂੰ ਵਿਖਾਵਾਂਗੀ। लॉकडाउन होया था कश्मीर तो मेरी फैमिली जम्मू च रहनी है, मैं 80 कट्टर कश्मीरी है। तो वहाँ पे छोटे छोटे बच्चे भी, उनकी बेटियाँ भी, तो दे यूज टू बड़ी कभी मुश्किल से कहीं से फ़ोन करते थे तो दे यूज टू क्राई कि हम बाहर नहीं निकल सकते हैं। तो फिर मैं एक पेंटिंग बनाई सी कुड़ी दी जेड़ी ना खिड़की तो बाहर झांक रही है, तो वो मैं उस लॉकडाउन ਵਿੱਚ ਬਣਾਈ ਸੀ ਤੇ ਮੈਂ ਆਪਣੇ ਆਪ ਨੂੰ ਵੀ ਲੌਕਡਾਊਨ ਕਰ ਲਿਆ ਸੀ ਉਹ ਬਣਾਉਣ ਵਿੱਚ, ਯੂ ਨੋ ਫੀਲ ਕਰ ਸਕੋ, ਮਹਿਸੂਸ ਕਰੋ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਫੀਲ ਹੋ ਰਿਹਾ ਹੈ। और जो पेंटिंग्स whenever you make a painting you have to be that person। ਫਿਰ ਜਦੋਂ ਮੈਂ ਆਰਮੀ ਦੇ ਜਰਨੈਲਾਂ ਦੀ ਪੇਂਟਿੰਗਸ ਬਣਾਈਆਂ ਤੇ ਮੇਰਾ ਘਰ ਹੈਗਾ ਬੂਰਬਨ ਵਿੱਚ, ਉਹ ਮੈਂ ਸਾਰਾ ਆਪਣਾ ਸਮਾਨ ਲੈ ਕੇ ਨਾ ਬੂਰਬਨ ਚਲੀ ਗਿਆ, ਪਹਾੜ ਵਿੱਚ ਬਹਿ ਕੇ ਨਾ ਕੱਲੀ। ਫਿਰ ਮੈਂ ਉਹ ਬਣਾਉਂਦੀ ਰਹੀ ਹਾਂ ਤੇ ਫਿਰ ਮੈਨੂੰ ਸਮਝ ਆਉਂਦੀ ਸੀ ਕਿ आई मीन ट्रेनिंग उनकी शो हो, उनकी हर चीज़, उनकी एक्सप्रेशन। और मुझे जब मैं पहली दफ़ा उम्रा करने के लिए गई तो आई ट्राइड कैलीग्राफी बिफोर दैट, लेकिन मुझे नहीं समझ आती थी। मुझे बिल्कुल मेरी जब अगर मैं लाइन लगाऊंगी तो आप उसको फुट्टे से देखोगे वो बिल्कुल सीधी है। इफ़ आई मेक अ सर्कल इट्स अ सर्कल, तो लेकिन उसके अंदर डिफरेंट है, उसका अलिफ जो है वो एक लेवल पर आता है, डिफरेंट होता है। तो मैंने तवाफ़ करते हुए ना मेरे एकदम ऐसे ही दिल में आया, मैंने कहा अल्लाह अगर आपने मुझे कैलीग्राफी सिखा दी ना तो मैं पूरा कुरान लिखूंगी। अम्मा मेरे साथ थी, अम्मा का मैंने हाथ पकड़ा हुआ था और उस वक्त इतने धक्के नहीं थे बिकॉज इट वाज ऑलमोस्ट द बिगनिंग ऑफ कोरोना। तो वो मैं और अम्मी थे और खाना काबा था, ब्यूटीफुल फीलिंग। तो उस वक्त मैंने दिल में कहा, मैंने कहा अल्लाह बस एक दफ़ा सिखा दे। अच्छा आई फॉरगॉट दैट दुआ, आई केम बैक, मैंने आकर फिर अपना काम शुरू कर दिया। तो एक दिन मैंने देखा ये पेपर और ये पड़ा हुआ है, आई स्टार्टेड राइटिंग अलिफ ऐसे ही, यार ये मैंने लिखा है। देन आई स्टार्टेड राइटिंग अल्लाह पूरा एंड आई रियली लाइक्ड इट। देन फिर मैंने लिखना शुरू किया। अब वो जो मेरी पेंटिंग थी इट वाज देन एंड देयर, उसको मैंने कुछ नहीं टच किया, मैं और लिखना शुरू करता, एक बारी फिर दूसरी फिर तीसरी, अल्लाह 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 अल्लाह, बहुत सारा लिखा मैंने।
फिर मैंने कहा लगता है कि मेरी जो है ना दुआ कबूल हो गई। फिर मैंने अदील भाई हैं उन्हें मैंने फ़ोन किया, मैंने कहा भाई अल्लाह ने मुझे जो चाहिए था वो दे दिया है, तो मुझे कुरान लिखना है, मुझे पेजेस बना के दें। फिर वो आए, फिर उन्होंने अदनान भाई के साथ और एक और भाई थे उनके साथ मिलकर, क्योंकि बहुत मुश्किल है, अभी मिनहाजुल कुरान में मेरा पहला कुरान पढ़ा हुआ है प्रूफ रीडिंग के लिए। तो वो फिर ऐसा लिखना शुरू हुआ कि अभी तो मैंने जान के थोड़ा थोड़ा स्लो लिखा है, मेरी अभी इतनी स्पीड है अल्हम्दुलिल्लाह कि अल्लाह का बहुत शुक्र है। यही बात है ना कि व्हेन यू वांट समथिंग, अगर आप किसी चीज को चाहोगे तो फिर वो अल्लाह आपको देगा। इरफान साहब ਤੁਸੀਂ ਮੈਨੂੰ ਦੱਸੋ ਕਿ ਤੁਸੀਂ ਵੀ ਇੰਨਾ ਕੰਮ ਕੀਤਾ ਵੱਡੇ ਵੱਡੇ ਸੈਲੀਬ੍ਰਿਟੀਜ਼ ਦੀ ਪਰਸਨੈਲਿਟੀਜ਼ ਕਿਦਾਂ ਤੁਸੀਂ ਫੋਟੋ ਸ਼ੂਟ ਨਹੀਂ ਕੀਤਾ, ਲੇਕਿਨ ਐਸਾ ਕਿਹੜਾ ਕਪਲ ਸੀ ਜਿਹੜਾ ਤੁਹਾਨੂੰ ਉਹਨਾਂ ਦੀ ਕੈਮਿਸਟਰੀ ਬੜੀ ਰੋਮਾਂਟਿਕ ਲੱਗੀ ਹੋਏ? अच्छा वो आतिफ असलम ही मैं कहूँगा। अच्छा हाँ अच्छा आतिफ असलम एंड सारा जे अच्छा वो दोनों सारा तो शो ਵਿੱਚ नहीं ਸੀ, लेकिन हाँ। आतिफ ਉਹਨਾਂ ਦੀ ਸ਼ੂਟ 'ਚ ਮੈਨੂੰ ਉਹਨਾਂ ਨੂੰ ਕੋਈ ਪੋਜ਼ ਨਹੀਂ ਕਹਿਣਾ ਪਿਆ ਕਿ ਇਹ ਪੋਜ਼ ਕਰੋ, ਇਸ ਤਰ੍ਹਾਂ ਕਰੋ, ਇਹ ਐਕਸਪ੍ਰੈਸ਼ਨ। हाँ। ਉਹ ਆਪਣੇ ਆਪ ਹੀ ਚ ਸਾਰਾ ਕੁਛ- ਇੰਟਰੈਕਟ ਕਰਦੇ ਰਹੇ, ਮੈਂ ਤਸਵੀਰਾਂ ਲਾਉਂਦਾ ਰਿਹਾ।